ਅੱਜ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਾ ਸਫ਼ਰ ਹੈ ਉੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਜਿਹੜੀ ਆ ਲਗਭਗ 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਤੇ ਜਿਹਦਾ ਪਹਿਲਾ ਪ੍ਰਧਾਨ ਸੁਰਮੁਖ ਸਿੰਘ ਝਬਾਲ ਜੀ ਨੂੰ ਬਣਾਇਆ ਗਿਆ ਤੇ ਸੁਰਮੁਖ ਸਿੰਘ ਝਬਾਲ ਜੀ ਦੀ ਅਗਵਾਈ ਦੇ ਹੇਠ 1920 ਤੋਂ ਲੈ ਕੇ 1925 ਤੱਕ ਕਈ ਮੋਰਚੇ ਲੱਗੇ, ਵੱਧ ਚੜ ਕੇ ਸਿੱਖ ਕੌਮ ਨੇ ਉਹਦੇ 'ਚ ਹਿੱਸਾ ਲਿਆ ਤੇ ਕੁਰਬਾਨੀਆਂ ਕੀਤੀਆਂ। ਤੇ ਉਸ ਤੋਂ ਬਾਅਦ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਜਿਹੜੇ ਕਿ 17 ਜੁਲਾਈ 1926 ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਸ਼ਹਾਦਤ ਪਾ ਜਾਂਦੇ ਆ, ਸ਼ਹੀਦ ਹੋ ਜਾਂਦੇ ਆ। ਤੇ ਉਹਨਾਂ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਜਿਹੜੇ ਆ ਉਹ ਅਕਾਲੀ ਦਲ ਦੇ ਪ੍ਰਧਾਨ ਬਣਦੇ ਆ। ਉਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਮੋਰਚੇ ਲਾਏ ਜਾਂਦੇ ਆ, ਮੋਰਚੇ ਅਣਗਿਣਤ ਲੱਗੇ ਆ, ਅਣਗਿਣਤ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਉਹਨਾਂ ਸਿੱਖਾਂ ਦੀਆਂ ਜੋ ਸ਼ਹਾਦਤਾਂ ਹੋਈਆਂ, ਜੋ ਸਿੱਖਾਂ ਦਾ ਦ੍ਰਿੜ ਵਿਸ਼ਵਾਸ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੇਖਿਆ, ਉਹਨੇ ਵੇਖ ਕੇ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ। ਸੋ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਸਹੌਲੀ। ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਸਹੌਲੀ ਸਾਹਿਬ, ਸਹੌਲੀ ਸਾਹਿਬ, ਜਿੱਥੇ ਮੈਂ ਪਿੱਛੇ ਆਪ ਜੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੰਮੇ ਇਤਿਹਾਸਕ ਸਫ਼ਰ ਦੀ ਗੱਲ ਕੀਤੀ ਹੈ, ਹਾਂਜੀ, ਉਹਨੂੰ ਲੈ ਕਰਕੇ ਅੱਜ ਫੇਰ ਤੋਂ ਇਹ ਗੱਲ ਇਸ ਦਿਹਾੜੇ ਦੇ ਉੱਤੇ ਬੰਦੀ ਆ ਸਾਡੀ ਕਰਨੀ ਕਿ ਅੱਜ ਦਾ ਜਿਹੜਾ ਪੰਜਾਬੀ ਸੂਬਾ ਆ, ਪੰਜਾਬ ਆ, ਉਹਦੇ ਕੀ ਹਾਲਾਤ ਆ, ਉਹਨਾਂ ਹਾਲਾਤਾਂ ਤੋਂ ਤੁਸੀਂ ਜਾਣਕਾਰੀ ਜਿਹੜੀ ਆ ਉਹ ਦਿਓ ਕਿ ਅੱਜ ਪੰਜਾਬ ਜਿਹੜਾ ਉਹ ਕਿੱਥੇ ਖੜਾ ਆ। ਤੇ ਸਭ ਤੋਂ ਪਹਿਲਾਂ ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ ਸੀਗਾ, ਉਦੋਂ ਸਾਡੇ ਅਕਾਲੀ ਦਲ ਦਾ ਕੀ ਹਾਲਾਤ ਸੀਗੇ ਜੀ? ਹਾਂਜੀ, ਬੇਨਤੀ ਇਹ ਹੈ ਕਿ ਤੁਸੀਂ ਸਵਾਲ ਜਿਹੜਾ ਕੀਤਾ ਹੈ, ਸਮਾਂ ਜਿਹੜਾ ਚੁਣਿਆ ਜੀ, ਇਹ ਅਹਿਮ ਹੈ। ਬਿਲਕੁਲ ਜੀ। ਅੱਜ ਪੰਜਾਬ ਦੀ ਧਰਤੀ ਦੇ 22 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਸਾਰੀਆਂ ਪਾਰਟੀਆਂ ਜੀ ਆਪੋ ਆਪਣੇ ਘੋੜੇ ਭਜਾ ਰਹੀਆਂ ਨੇ ਤੇ ਸਿਆਸੀ ਬੰਦੇ ਧਰਮ ਨੂੰ ਫਤਿਹ ਬੁਲਾ ਕੇ ਜੀ ਜੀ ਉਸੇ ਯੁੱਧ 'ਚ ਵੱਡੇ ਪੱਧਰ ਤੇ ਨਾ ਕੋਈ ਕਿਸੇ ਦਾ ਕਰੈਕਟਰ ਦੇਖ ਰਿਹਾ ਹੈ, ਨਾ ਕੋਈ ਕਿਸੇ ਦਾ ਕੁਰਬਾਨੀ ਦੇਖ ਰਿਹਾ ਹੈ। ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਧਰੋਂ ਉਧਰ ਹੀ ਘੋੜੇ ਤੇ ਚੇਂਜ ਹੋ ਰਹੇ ਨੇ। ਉਹਦੇ ਘੋੜੇ ਤੇ ਸਵਾਰ ਹੋ ਰਿਹਾ, ਉਹ ਉਹਦੇ ਘੋੜੇ ਤੇ ਸਵਾਰ ਹੋ ਰਿਹਾ। ਬਿਲਕੁਲ ਜੀ। ਇਹ ਹਾਲਾਤ 22 ਦੇ ਨੇ। ਔਰ ਲੱਛੇਦਾਰ ਭਾਸ਼ਣਾਂ ਨਾਲ ਜਿਹੜੇ ਰਾਜ ਕਰ ਰਹੇ ਨੇ, ਜਿਹੜੇ ਰਾਜ ਕਰਕੇ ਚਲੇ ਗਏ ਜੀ, ਇਸ ਵਾਰੀ ਵਿਰੋਧੀ ਧਿਰ 'ਚ ਵੀ ਜਿਹੜੇ ਬੈਠੇ ਨੇ, ਇਹ ਤਿੰਨ ਧਿਰੇ ਜਿਹੜੇ ਲੋਕ ਨੇ, ਇਹ ਸਾਰਿਆਂ ਦਾ ਵੱਡੇ ਪੱਧਰ ਤੇ ਕੋਈ ਕਿਸੇ ਦੇ ਲਗਾਮ ਲਾਉਣ ਵਾਲਾ ਨਹੀਂ। ਬਿਲਕੁਲ ਜੀ। ਜੋ ਦੇਖਦਾ ਸਾਨੂੰ ਭਖਿਆਰੀ ਸਮਝ ਕੇ ਠੂਠਾ ਸਾਡੇ ਹੱਥ 'ਚ ਪਾ ਕੇ ਸਾਡੀਆਂ ਮਾਵਾਂ ਭੈਣਾਂ ਤੱਕ ਨਹੀਂ ਬਖਸ਼ੀਆਂ ਜਾ ਰਹੀਆਂ, ਬਜ਼ੁਰਗ ਨਹੀਂ ਬਖਸ਼ੇ ਜਾ ਰਹੇ। ਬਿਲਕੁਲ। ਸਾਨੂੰ ਇੱਥੇ ਖੜਾਤਾ ਲਿਆ ਕੇ ਕਿ ਜਿਹੜੇ ਬਿਹਾਰ ਦੇ ਲੋਕ ਆ ਕੇ ਸਾਨੂੰ ਹੱਸਦਾ ਵਸਦਾ ਪੰਜਾਬ ਦੇਖ ਕੇ ਸਾਡੀਆਂ ਮੋਟਰਾਂ ਤੇ ਰਹਿੰਦੇ, ਉਹਨਾਂ ਨੂੰ ਰੋਟੀ ਨਾ ਚੰਗੀ ਖਾਣੀ ਆਉਂਦੀ, ਉਹਨਾਂ ਨੂੰ ਨਾ ਥਾਲ ਦਾ ਪਤਾ, ਨਾ ਚਮਚੇ ਦਾ ਪਤਾ। ਉਹ ਲੋਕਾਂ ਦੀ ਤਰ੍ਹਾਂ ਅੱਜ ਸਾਨੂੰ ਸਮੇਂ ਦੀਆਂ ਸਰਕਾਰਾਂ ਨੇ ਮੰਨ ਲਿਆ ਕਿ ਕੋਈ ਸਾਨੂੰ ਕਹਿ ਰਿਹਾ ਮੈਂ ਤੈਨੂੰ ਚਾਹ ਪੱਤੀ ਦੇ ਦੂੰ, ਕੋਈ ਕਹਿ ਰਿਹਾ ਆਟਾ ਦਾਲ ਦੇ ਦੂੰ, ਕੋਈ ਕਹਿ ਰਿਹਾ ਜੇ ਇੱਕ ਕਹਿ ਜਾਂਦਾ ਮੈਂ ਤੈਨੂੰ 1000 ਪੈਨਸ਼ਨ ਦੂੰਗਾ, ਕਹਿੰਦਾ 2, ਤੀਸਰਾ ਬੋਲਦਾ ਕਹਿੰਦਾ 3000। ਬਿਲਕੁਲ। ਕੋਈ ਇਹ ਤਿਆਰ ਨਹੀਂ ਵੀ ਇਹ ਆਉਣੀ ਕਿੱਥੋਂ ਹੈ, ਕੀ ਹੋਣਾ ਹੈ। ਇਹ ਹਾਲਾਤਾਂ 'ਚ ਪੰਜਾਬ ਵਿੱਚ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੋਣਾ ਕੀ ਹੈ, ਬਿਲਕੁਲ ਹੋਣਾ ਸਾਧ ਸੰਗਤ ਹੈ ਕਿ ਜਿਹੜਾ ਸਾਡਾ ਪਹਿਰਾਵਾ, ਸਾਡਾ ਚਿਹਰਾ ਹੈ, ਇਹ ਹੱਸਦਾ ਵਸਦਾ ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ। ਇੱਥੇ ਚਾਹੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਉਹਨਾਂ ਦਾ ਨਾਮ ਲੈ ਲਓ, ਚਾਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ। ਜਿਵੇਂ ਤੁਸੀਂ ਕੌਮ ਤੇ ਦੀ ਗੱਲ ਕਰੀ ਹੈ, ਜਿਹੜਿਆਂ ਨੇ ਅੱਜ ਪਾਕਿਸਤਾਨ ਜਿਹੜਾ ਬਣ ਗਿਆ, ਜਿਹੜੇ ਉੱਥੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਧਾਨ ਸਾਹਿਬ ਉਦੋਂ ਜਿਹੜੇ ਸ਼ਹਾਦਤ ਉੱਥੇ ਵੀ ਦੇ ਗਏ, ਉਹਨਾਂ ਦੇ ਪਿੱਛੇ ਸੱਚ ਨੀਤੀ ਬੰਨਿਆ ਹੋਇਆ। ਸੱਚ ਸ਼ਬਦ ਮੈਂ ਇਸ ਕਰਕੇ
ਵਰਤਿਆ ਕਿ ਅੱਜ ਵਾਲਿਆਂ ਨੇ ਪਰਿਵਾਰ ਪੰਥ ਨੂੰ ਛੱਡ ਕੇ ਪਰਿਵਾਰ ਦਾ ਸੱਜ ਬੰਨਿਆ ਹੋਇਆ ਹੈ ਕਿ ਉਹਨਾਂ ਨੂੰ ਪਰਿਵਾਰ ਦਾ ਸੱਜ ਖੜਕਾਉਣਾ ਪੈ ਰਿਹਾ ਹੈ, ਜਿਹਦੇ ਕਰਕੇ ਅਕਾਲ ਤਖਤ ਸਾਹਿਬ ਵੱਲ ਤਾਂ ਪਿੱਠੇ ਕਰ ਲਈ। ਜੀ 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 ਇਹ ਪਿੱਠ ਦੇ ਕਾਰਨ ਇਹ ਖਮਿਆਜਾ ਭੁਗਤਣਾ ਪੈ ਰਿਹਾ। ਉਹ ਜਿਹੜੇ ਤਿਆਗੀ ਸੀ ਉਹਨਾਂ ਕੋਲ ਕਸ਼ਹਿਰਾ ਤੇ ਪਰਦਾ ਸੀ, ਅੱਜ ਕੋਲ ਤਾਂ ਤੁਹਾਡੇ ਸਾਹਮਣੇ ਇੱਕ ਦੂਜੇ ਨੂੰ ਨੰਗਾ ਕਰਕੇ ਦਿਖਾ ਰਹੇ ਨੇ। ਇਹ ਖੁਸ਼ੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਫਲਾਣੇ ਨੇ ਜੀ 800 ਸਪਾ ਲਈ, ਫਲਾਣੇ ਦੇ ਇੰਨੇ ਹੋਟਲ, ਫਲਾਣੇ ਇੰਨਾ ਕੁਛ ਦੂਜੇ ਨੂੰ ਕਹਿੰਦਾ ਤੇਰੇ ਇੰਨਾ ਰੇਤੇ ਦੀਆਂ ਖੱਡਾਂ 'ਚ ਬਣਾ ਲਿਆ, ਇੰਨੇ ਲੋਕਾਂ ਦਾ ਮਾਲ ਲੁੱਟ ਕੇ ਬਣਾ ਲਿਆ। ਜਿਵੇਂ ਮੋਹਾਲੀ ਉਹ ਬਸਿਆ ਹੈ, ਮੋਹਾਲੀ ਦੀ ਨਿਰਪੱਖ ਜਾਂਚ ਕੋਈ ਕਰੇ, ਬਿਲਕੁਲ ਲੋਕਾਂ ਦਾ ਪਤਾ ਲੱਗ ਜਾਊਗਾ ਵੀ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਇੱਥੋਂ ਉਜਾੜਿਆ ਤੇ ਜਿਹੜਾ ਧਨ ਸੀ ਉਹ ਅਮੀਰ ਜਾਦੇ ਲੋਕਾਂ ਨੇ ਕਿਵੇਂ ਆਪਣੇ ਕੋਲ ਇਕੱਠਾ ਕਰਿਆ। ਇਹ ਪੰਜਾਬ ਦੇ ਹਾਲਾਤ ਇੱਥੇ ਬਚਾਉਣ ਦੇ ਲਈ ਚਾਹੇ ਨੀਲੀ ਪੱਗ ਵਾਲੇ ਸੀ ਚਾਹੇ ਚਿੱਟੀ ਪੱਗਾਂ ਦੇ, ਇਹ ਸਾਰੇ ਲੋਕ ਨਾਲ ਵਿੱਚ ਦੀ ਦਾ ਭਾਜਪਾ ਨੇ ਵੀ ਲਾਇਆ। ਇਹ ਲੋਕਾਂ ਦੇ ਕਾਰਨ ਆਹ ਦਿਨ ਦੇਖਣੇ ਪੈ ਰਹੇ ਨੇ। ਹੁਣ ਅਗਲਾ ਗੱਲ ਜਿਹੜਾ ਹੈ ਉਹ ਤੁਸੀਂ ਸਵਾਲ ਕਰੋ, ਉਹਦਾ ਜਵਾਬ ਮੈਂ ਜੀ ਇੱਥੇ ਵੀ ਗੱਲ ਇੱਕ ਅੱਜ ਦੇ ਇਸ ਦਿਹਾੜੇ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਮੈਂ ਇਹ ਵੀ ਗੱਲ ਯਾਦ ਕਰਾਉਣੀ ਚਾਹੁੰਦਾ ਹਾਂ ਕਿ ਇੰਦਰਾ ਗਾਂਧੀ ਵੱਲੋਂ ਵੀ ਇੱਕ ਵਾਰੀ 1975 ਦੇ ਵਿੱਚ ਐਮਰਜੈਂਸੀ ਲਾਈ ਗਈ ਸੀਗੀ ਪੰਜਾਬ ਦੇ ਵਿੱਚ, ਤੇ ਉਸ ਐਮਰਜੈਂਸੀ ਦੇ ਵਿੱਚ ਲਗਭਗ 19 ਮਹੀਨੇ ਉਹ ਐਮਰਜੈਂਸੀ ਚੱਲੀ ਤੇ 43,000 ਸਿੱਖਾਂ ਦੀਆਂ ਜਿਹੜੀਆਂ ਉਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਸੌਲੀ ਸਾਹਿਬ ਇਹ ਬੜਾ ਵੱਡੀ ਇੱਕ ਗੱਲ ਸੀਗੀ ਕਿ 43,000 ਸਿੱਖਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਕਿ ਅੱਜ ਇਸ ਤਰ੍ਹਾਂ ਲੱਗਦਾ ਆ ਕਿ ਜੇ ਕਿਤੇ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਮੋਰਚਾ ਲਾਇਆ ਜਾਵੇ ਤੇ ਜਿਸ ਤਰ੍ਹਾਂ 1975 ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਸਿੱਖਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸੀਗੀਆਂ, ਕਿ ਜਿਹੜੀ ਅਕਾਲੀ ਦਲ ਹੁਣ ਜੇ ਕਿਤੇ ਇਸ ਤਰ੍ਹਾਂ ਦਾ ਕੋਈ ਘੜੀ ਬਣ ਜਾਵੇ ਤੇ ਕੀ ਇਸ ਤਰ੍ਹਾਂ ਗ੍ਰਿਫਤਾਰੀਆਂ ਹੋਣਗੀਆਂ? ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਦੋਂ ਸੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨਾਂ ਨੇ ਜੀ ਚਾਹੇ ਤੁਹਾਡੇ ਹੋਏ ਜੀ, ਆਪਾਂ ਤੇਜਾ ਸਿੰਘ ਨੂੰ ਯਾਦ ਕਰਦੇ ਆ, ਬਿਲਕੁਲ ਜੀ, ਤਾਰਾ ਸਿੰਘ ਨੂੰ ਯਾਦ ਕਰਦੇ ਆ, ਸੰਤ ਫਤਿਹ ਸਿੰਘ ਨੂੰ ਯਾਦ ਕਰਦੇ ਆ, ਜਿਨ੍ਹਾਂ ਦੀਆਂ ਅੱਜ ਦੇ ਜਿਹੜੇ ਲੋਕ ਅੱਜ ਆਪਣੇ ਟੱਬਰ ਦਾ ਦਲ ਬਣਾ ਕੇ ਚਲਾ ਰਹੇ ਨੇ ਜੀ ਜੀ, ਉਹ ਫੋਟੋਆਂ ਵੀ ਪਾਏ ਕਿਤੇ ਮੈਂ ਦੇਖਿਆ ਮੌਕੇ 100 ਸਾਲਾਂ ਮਨਾਉਂਦੇ ਇਹਨਾਂ ਦੀਆਂ ਫੋਟੋਆਂ ਲਾ ਕੇ ਚਲਾ ਰਹੇ ਸੀ। ਪਰ ਮੈਨੂੰ ਦੁੱਖ ਆਇਆ, ਰੋਣ ਆਇਆ ਜੀ ਜੀ ਕਿ ਜਿਨ੍ਹਾਂ ਨਾਲ ਕੌਮ ਨੇ ਪੰਥ ਨੇ ਲੜਾਈ ਲੜੀ ਉਹਨੂੰ ਆਪਾਂ ਮੇਹਤੋੜਾ ਮੰਨਦੇ ਸੀ ਕਾਂਗਰਸੀ, ਕਿ ਕਾਂਗਰਸ ਨਾਲ ਪੰਥ ਨੇ ਲੰਮਾ ਟਾਈਮ ਰਾਜ ਭਾਗ ਇੰਡੀਆ ਚ ਕਾਂਗਰਸ ਨਾਲ ਰਿਹਾ, ਕਾਂਗਰਸ ਨਾਲ ਲੜਾਈ ਲੜੀ। ਐਮਰਜੈਂਸੀ ਇੰਦਰਾ ਨੇ ਲਾਈ, ਉਹ ਗੱਲ ਕਰ ਰਹੇ ਹੋ, ਉਹ ਤੋਂ ਬਾਅਦ 84 ਵੀ ਹੋਇਆ, ਸਾਰਾ ਕੁਛ ਹੋਇਆ, ਟੱਕਰ ਸਾਡੀ ਰਹੀ ਕਾਂਗਰਸ ਨਾਲ। ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਸਾਡਾ ਆਗੂ ਬਣ ਗਿਆ ਆਪੇ ਬਣਿਆ ਆਗੂ, ਸਾਡੇ ਲੀਡਰ ਅੱਜ ਕੱਟਾ ਪਾ ਕੇ ਸਰਦਾਰ ਬਾਦਲ ਜਿਹੜਾ ਅੱਜ ਕੇ 95-96 ਸਾਲ ਦਾ ਕਹਿੰਦਾ ਆਪਣੇ ਆਪ, ਆਏ ਕਿੰਨੇ ਦਾ ਕਿੰਨੇ ਨਹੀਂ ਜਾਣਦਾ, ਉਹ ਬੰਦੇ ਨੇ ਕਦੇ ਉਹਦੇ ਝਰੀਟ ਨਹੀਂ ਆਈ, ਉਹ ਬੰਦਾ ਕਦੇ ਘੱਟੋ ਘੱਟ 50 ਬੰਦੇ ਤੋਂ 30 ਬੰਦਿਆਂ ਤੋਂ ਘੱਟੋ ਪੁਲਿਸ ਲੈ ਕੇ ਨਹੀਂ ਕਦੇ ਲੋਕਾਂ 'ਚ ਵਿਚਰਿਆ। ਉਹ ਬੰਦਾ ਅੱਜ ਪੰਥ ਦੀ ਨੁਮਾਇੰਦਗੀ ਕਰਦਾ। ਉਹ ਤੋਂ ਬਾਅਦ ਉਹਨੇ ਆਪਣੀ ਸੋਟੀ ਜਿਉਂਦੇ ਜੀ ਇਹ ਕਿਹਾ ਵੀ ਮੈਂ ਰੱਖਣਾ ਸਰਪ੍ਰਸਤ, ਮੇਰੀ ਸੋਟੀ ਕੋਈ ਪੰਥ ਜਾਂ ਕੁਰਬਾਨੀ ਕਰਨ ਵਾਲਾ ਸਿੰਘ ਨਹੀਂ ਫੜੂਗਾ, ਮੇਰੀ ਸੋਟੀ ਮੇਰਾ ਇੱਕੋ ਇੱਕ ਇਕਲੌਤਾ ਪੁੱਤਰ ਸੁਖਬੀਰ ਬਾਦਲ, ਜਿਹੜਾ ਕਿ ਕਾਂਗਰਸੀਆਂ ਦੇ ਦੋਏ ਨਿਆਣੇ, ਦੋਏ ਕਾਂਗਰਸੀਆਂ ਦੇ ਵਿਆਹਤੀ। ਸੌਰੀ ਸਾਹਿਬ ਤੀਸਰਾ ਜੇ ਕੋਈ ਪੰਥ ਦੀ ਗੱਲ ਕਰਦਾ, ਕੌਮ ਦੀ ਗੱਲ ਕਰਦਾ, ਇਹਨਾਂ ਦੀਆਂ ਜਿਵੇਂ ਮੈਂ ਕਹਿ ਰਿਹਾ, ਜੇ ਕੋਈ ਇਹਨਾਂ ਦੀਆਂ ਘਾਟਾਂ ਜਾਂ ਇਹਨਾਂ ਨੇ ਕੀਤੀਆਂ ਗਦਾਰੀਆਂ ਯਾਦ ਕਰਾਉਂਦਾ, ਫਿਰ ਉਹਨੂੰ ਇਹ ਕਾਂਗਰਸ ਦੀ ਬੀ ਟੀਮ ਕਹਿ ਕੇ ਭੰਡਦੇ ਨੇ, ਆਪਣਾ ਦੱਸਦੇ ਹੀ ਨਹੀਂ ਵੀ ਅਸੀਂ ਕਿੱਥੇ ਖੜੇ ਆ। ਹਾਂਜੀ, ਅੱਛਾ, ਮੈਂ ਸੌਰੀ ਸਾਹਿਬ ਇੱਥੇ ਇੱਕ ਹੋਰ ਗੱਲ ਚੇਤੇ ਕਰਾ ਦੇਣੀ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21 ਸਤੰਬਰ ਤੋਂ ਲੈ ਕੇ 25 ਸਤੰਬਰ 1995 ਦੇ ਵਿੱਚ ਇੱਕ ਵਿਸ਼ਵ ਸੰਮੇਲਨ ਕਰਾਇਆ ਗਿਆ, ਤੇ ਉਹਦੇ ਤੋਂ ਬਾਅਦ 24 ਤੇ 25 ਫਰਵਰੀ 1996 ਨੂੰ ਮੋਗੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਆ ਇੱਕ ਰੈਲੀ ਕੀਤੀ ਗਈ। ਉਸ ਰੈਲੀ ਤੋਂ ਬਾਅਦ ਉਸ ਰੈਲੀ ਤੋਂ ਬਾਅਦ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਜਿਹੜੀ ਰੈਲੀ ਸੀਗੀ, ਉਹ ਜਿਹੜਾ ਵੱਡਾ ਇਕੱਠ ਕੀਤਾ ਗਿਆ ਸੀਗਾ, ਉਹ ਸੀਗੀ 75ਵੀਂ ਵਰ੍ਹੇਗੰਢ ਸ਼੍ਰੋਮਣੀ ਅਕਾਲੀ ਦਲ ਦੀ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਆ ਉਹ ਮੁੱਖ ਮੰਤਰੀ ਬਣ ਗਏ।
ਠੀਕ ਹੈ। 12 ਫਰਵਰੀ 1997 ਨੂੰ ਮੁੱਖ ਮੰਤਰੀ ਬਣੇ, ਫਿਰ ਉਹ 2007 ਤੋਂ ਲੈ ਕੇ ਲਗਾਤਾਰ 2017 ਤੱਕ ਫਿਰ ਮੁੱਖ ਮੰਤਰੀ ਪਦ ਦੇ ਉੱਤੇ ਰਹਿੰਦੇ ਆ। ਤੇ ਅੱਜ ਫਿਰ ਇੱਕ ਇਹੋ ਜਿਹਾ ਦਿਨ ਆ ਗਿਆ ਕਿ ਅੱਜ ਫਿਰ ਮੋਗੇ ਦੇ ਵਿੱਚ 100ਵਾਂ ਜਿਹੜਾ ਆ ਉਹ ਸਥਾਪਨਾ ਦਿਵਸ ਉਹ ਮਨਾਇਆ ਜਾ ਰਿਹਾ ਆ। ਉਹਦੇ ਸੰਬੰਧੀ ਆਪ ਜੀ ਕੀ ਕਹਿਣਾ ਚਾਹੋਗੇ? ਜਿਹੜਾ ਮੋਗੇ ਦੀ ਧਰਤੀ ਤੇ ਇਹ ਪਰਿਵਾਰ ਬਾਰ-ਬਾਰ ਉਹਨੂੰ ਸਿਲੈਕਟ ਕਰਦਾ, ਮੋਗੇ ਨੂੰ ਸਿਲੈਕਟ ਕੀਤਾ ਜਾ ਰਿਹਾ, ਮੋਗੇ ਨੂੰ ਤਾਂ ਕੀਤਾ ਜਾ ਰਿਹਾ, ਮੈਂ ਉਹੀ ਧਿਆਨ ਚ ਕੌਮ ਦੇ ਲਿਆਉਣਾ ਚਾਹੁੰਦਾ ਕਿ ਮੋਗੇ ਨੂੰ ਇਹ ਕਿਸੇ ਤੰਤਰ ਦਾ ਇਹਨਾਂ ਨੂੰ ਦੱਸਿਆ ਹੋਇਆ ਹੈ। ਇਹ ਟੱਬਰ ਦੀਆਂ ਉਂਗਲਾਂ ਚੈੱਕ ਕਰ ਲਓ ਜਦ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ। ਜੀ ਜੀ, ਇਹਨਾਂ ਦੀਆਂ ਉਂਗਲਾਂ 'ਚ ਨਗ ਪਾਏ ਹੋਏ ਨੇ। ਇਹਨਾਂ ਤੋਂ ਕੋਈ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਂ ਗੁਰੂ ਰਾਮਦਾਸ ਨੂੰ ਮੰਨਣ ਵਾਲੇ ਲੋਕ ਨਹੀਂ ਹੈਗੇ। ਇਹ ਦਿਖਾਵੇ ਦੇ ਇਹਨਾਂ ਦੀਆਂ ਉਂਗਲਾਂ ਚੈੱਕ ਕਰੋ ਤੁਸੀਂ, ਉੱਥੋਂ ਪਤਾ ਲੱਗ ਜੂਗਾ। ਜਿਹੜਾ ਜਿੰਨੀ ਵਾਰੀ ਇਹ ਬੰਦਾ ਮੁੱਖ ਮੰਤਰੀ ਬਣਦਾ ਹੈ ਉਨੀ ਦਫਾ ਕੌਮ ਤੇ ਪੰਥ ਦਾ ਘਾਣ ਹੁੰਦਾ ਹੈ। ਬਾਰ-ਬਾਰ ਇਹਨਾਂ ਦੀਆਂ ਟਰਮਾਂ ਘਟਾਓ, ਟਰਮਾਂ 'ਚ ਦੇਖੋ ਕਿ ਕਿੰਨੀ ਵਾਰੀ ਗੋਲੀ ਚੱਲੀ, ਸਾਡੇ ਬੰਦਿਆਂ ਤੋਂ ਹੀ ਗੋਲੀ ਚਲਵਾਈ ਯਾਰ। ਕਿੰਨੇ ਨੌਜਵਾਨ ਕੱਲੇ ਬੱਚੇ ਵੀ ਨਹੱਥੇ ਗੋਲੀਆਂ ਦਾ ਸ਼ਿਕਾਰ ਹੋਏ ਨੇ ਔਰ ਸ਼ਹਾਦਤ ਦਾ ਜਾਮ ਪੀਤਾ। ਇਹਨਾਂ ਦੇ ਕਦੇ ਝਰੀਟ ਨਹੀਂ ਆਈ। ਜਦੋਂ ਇਹ ਜਿਹੜਿਆਂ ਨਾਲ ਅੱਜ 9 ਮਾਸ ਦਾ ਰਿਸ਼ਤਾ ਕਹਿੰਦੇ ਨੇ ਟੁੱਟ ਗਿਆ, ਅਸੀਂ ਨਹੀਂ ਮੰਨਦੇ। ਇਹਨਾਂ ਦਾ 9 ਮਾਸ ਦਾ ਭਾਜਪਾ ਨਾਲੋਂ ਟੁੱਟ ਗਿਆ। ਚਲੋ ਇਹਨਾਂ ਦੀ ਜੇ ਲੋਕਾਂ ਦਾ ਦਿਖਾਵੇ 'ਚ ਟੁੱਟ ਗਿਆ ਕਹਿਣਾ, 9 ਮਾਸ ਦਾ ਰਿਸ਼ਤਾ ਟੁੱਟਿਆ ਕਿਵੇਂ ਸਾਬਤ ਕਰੋਗੇ? ਇਹ ਸਾਰੇ ਟੱਬਰ ਨੇ ਜੱਟ ਸੁਰੱਖਿਆ ਲੈ ਲਈ। ਤੁਸੀਂ ਦੱਸੋ, ਜੇ ਤੁਸੀਂ ਜਾਣਾ ਵੋਟਾਂ ਲੈਣ, ਲੋਕਾਂ 'ਚ ਜਾਣਾ, ਉਹਨੂੰ ਡਰ ਲੱਗਦਾ ਲੋਕਾਂ ਤੋਂ ਹੀ। ਪਰ ਉਹ ਜਿਹੜਾ ਮੋਗਾ ਸਿਲੈਕਟ ਕਰਿਆ ਨਾ, ਉਹ ਇਸ ਕਰਕੇ ਆ। ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਜੇ ਇਹਨਾਂ ਨੇ ਸੇਧ ਆਪਾਂ ਲਈ ਤਖਤ ਦਮਦਮਾ ਸਾਹਿਬ ਤੋਂ, ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ, ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉੱਥੇ ਅੱਜ ਤੱਕ ਕੌਮਾਂ ਦੇ ਉੱਥੇ ਜਥੇਦਾਰ ਸਾਰੇ ਤਖਤਾਂ ਦੇ ਬਹਿੰਦੇ ਰਹੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਹਿੰਦਾ ਰਿਹਾ, ਉੱਥੇ ਅੱਜ ਤੱਕ ਚੱਲਿਆ। ਪਰ 95 ਉਦੋਂ ਜਦੋਂ ਪਹਿਲਾ ਦਹਾਕੇ 'ਚ ਸਟਾਰਟ ਹੁੰਦਾ ਮੋਗੇ ਨੂੰ ਸਿਲੈਕਟ ਕਰਦਾ ਮੁੱਖ ਮੰਤਰੀ ਸਾਬਕਾ ਬਾਦਲ, ਉਦੋਂ ਵੀ ਸਾਡੀ ਦਮਦਮੀ ਟਕਸਾਲ ਜਿਹੜੀ ਕਿ ਜਿਹਦਾ ਸਾਨਾ ਮਤਾ ਇਤਿਹਾਸ, ਜਿਹਦੇ ਸਮੇਂ ਤੇ ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੱਕ ਸ਼ਹਾਦਤਾਂ 'ਚ ਕਦੇ ਪਿੱਛੇ ਨਹੀਂ ਹਟੇ, ਕਦੇ ਪਿੱਠ ਨਹੀਂ ਕੌਮ ਨੂੰ ਦਿਖਾਈ। ਉੱਥੇ ਮੈਨੂੰ ਰੋਣ ਆਉਂਦਾ, ਦੁੱਖ ਆਉਂਦਾ ਕਿ ਸਾਡੀ ਕੋਈ ਸੰਪਰਦਾ ਨਹੀਂ ਇਹ ਪਰਿਵਾਰ ਨੇ ਛੱਡੀ ਜਿਹਨੂੰ ਇਹਨਾਂ ਨੇ ਦਾਗੀ ਨਾ ਕਰਿਆ ਹੋਵੇ, ਜਿਹਦੇ ਤੇ ਸਵਾਲੀਆ ਚਿੰਨ੍ਹ ਦਾ ਖੜਾ ਕਰਿਆ ਹੋਵੇ। ਇਹ ਬਹੁਤ ਵੱਡੀ ਆ। ਅੱਜ ਵੀ ਪਹਿਲਾਂ ਤਾਂ ਇਹੀ ਸਰਦਾਰ ਬਾਦਲ ਕਰਦਾ ਰਿਹਾ, ਉਹਨੇ ਕਦੇ ਅੰਮ੍ਰਿਤ ਨਹੀਂ ਛਕਿਆ। ਇਹ ਛਕਿਆ ਕਦੇ ਕਿਸੇ ਨੇ ਦੇਖਿਆ ਉਹਦੇ ਬਾਹਰ ਦੀ ਸ੍ਰੀ ਸਾਹਿਬ ਪਾਈ ਵੀ ਯਾਰ ਦਾੜਾ ਜ਼ਰੂਰ ਖੁੱਲਾ ਕਰਾਤਾ ਜੀ ਕੌਮ ਨੇ ਰੌਲਾ ਪਾ ਕੇ। ਹੁਣ ਵਾਲਾ ਜਿਹੜਾ ਉਹਨੇ ਆਪਣਾ ਬੇਟਾ ਮੁੱਖ ਮੰਤਰੀ ਬਣਾਇਆ, ਉਹਨੂੰ ਦੇਖ ਲਓ। ਇੱਕ ਵਾਰੀ ਹਾਸੇ ਵਾਲੀਆਂ ਗੱਲਾਂ ਨੇ। ਅਸੀਂ ਕੀ ਸਾਡੀ ਕੌਮ ਦੀ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ, ਪੁੱਠੀ ਕਿਰਪਾਨ ਪਾਈ ਫਿਰੇ। ਹਾਂਜੀ, ਹੁਣ ਉਹ ਵੀ ਕੰਮ ਨਿਬੇੜਤਾ, ਦਾੜਾ ਫੇਰ ਰੱਖ ਲਿਆ। ਹੁਣ ਕਹਿ ਰਹੇ ਨੇ ਕਿ ਜੀ ਰਾਜ ਭਾਗ ਸਾਨੂੰ ਦੇ ਦਿਓ। ਪਹਿਲਾਂ ਰੱਜੇ ਨਹੀਂ ਰਾਜ ਭਾਗ, ਇਹ ਨਹੀਂ ਕਹਿੰਦੇ। ਜੇ ਕਿਸੇ ਨੇ ਉਂਗਲ ਠਾਈ, ਚਾਹੇ ਸੁਖਦੇਵ ਢੀਂਡਸਾ ਹੋਇਆ, ਚਾਹੇ ਕੋਈ ਹੋਰ ਉੱਠਿਆ, ਚਾਹੇ ਜਹੇਦਾਰ ਟੌੜਾ ਹੋਇਆ, ਚਾਹੇ ਰਣਜੀਤ ਸਿੰਘ ਬ੍ਰਹਮਪੁਰਾ ਹੋਇਆ, ਕੱਲੇ ਦਾ ਕਿੰਨਿਆਂ ਦਾ ਨਾਮ ਗਿਣਿਆ ਵਾ ਮੈਂ। ਸਾਰਿਆਂ ਨੂੰ ਜਿਵੇਂ ਮੱਖਣ ਚੋਂ ਬਾਲ ਕੱਢ ਕੇ ਪਰੇ ਰੱਖ ਦਿੰਦੇ ਆ, ਇਹ ਟੱਬਰ ਨੇ ਕੱਢ ਕੇ ਸਾਈਡ ਤੇ ਰੱਖਿਆ ਤੇ ਜਿੰਨੀ ਦੇਰ ਉਹਨਾਂ ਲੋਕਾਂ ਨੂੰ ਵੀ ਨਾਲ ਰੱਖਿਆ, ਆਪਣੀ ਘੋੜੀ ਬਣਾ ਕੇ ਰੱਖਿਆ। ਪਰ ਜਿਹੜਾ ਜਿੱਥੋਂ ਸਾਡੀ ਨੌਜਵਾਨੀ ਨੂੰ, ਜਿੱਥੋਂ ਸਾਨੂੰ ਕੌਮ ਤੋਂ ਪੰਥ ਤੋਂ ਨਖੇੜ ਕੇ ਉੱਥੇ ਲੈ ਕੇ ਗਏ ਨੇ, ਇਹ ਸਾਰਾ ਦਿੱਲੀ ਨੂੰ ਸੂਟ ਕਰਦਾ ਹੈ। ਦਿੱਲੀ ਨੂੰ ਸੂਟ ਕਰਨ ਕਰਕੇ ਇੱਥੇ ਇਹ ਅੱਜ ਤੱਕ 2 ਸ਼ਬਦ ਨਹੀਂ ਜਾ ਰਹੇ, ਨਾ ਵੱਖਵਾਦੀ, ਨਾ ਅੱਤਵਾਦੀ, ਨਾ ਦੇਸ਼ ਧਰੋਹੀ। ਇਹ ਲੱਗਦਾ ਕਿਹਦੇ ਤੇ ਨੇ? ਇਹ ਜਿਹੜੇ ਮੋਰਚਾ, ਧਰਮ ਯੁੱਧ ਮੋਰਚੇ, ਜਿਹੜੇ ਮੋਰਚਿਆਂ ਨਾਲ ਅੱਜ ਵੀ ਸਾਡੇ ਨੌਜਵਾਨ, ਉਦੋਂ ਨੌਜਵਾਨ ਸੀ ਉਹ ਸਮੇਂ, ਤੇ ਅੱਜ ਬਜ਼ੁਰਗ ਹੋ ਗਏ, ਉਦੋਂ ਉਹਨਾਂ ਤੱਕ ਛਡਾਉਣ ਦਾ ਨਾਮ ਨਹੀਂ ਲੈ ਰਿਹਾ। ਉਹਨਾਂ ਜੇਲ੍ਹਾਂ 'ਚ ਰੋਲ ਰਹੇ ਨੇ, ਕਈ ਰੱਬ ਨੂੰ ਪਿਆਰੇ ਵੀ ਅੰਦਰੇ ਹੋ ਗਏ ਜੇਲ੍ਹਾਂ 'ਚ। ਪਰ ਜੇ ਅੰਦਰੋਂ ਇਹ ਇਮਾਨਦਾਰੀ ਨਾਲ ਗੁਰੂ ਨੂੰ ਪਿਆਰ ਕਰਨ, ਧਰਮ ਨੂੰ ਪਿਆਰ ਕਰਨ, ਕੁਰਬਾਨੀ ਕਰਨ ਵਾਲੇ ਸਿੰਘਾਂ ਨੂੰ ਪਿਆਰ ਕਰਨ, ਤਾਂ ਸਾਨੂੰ ਆਹ ਦਿਨ ਨਾ ਦੇਖਣੇ ਪੈਣ। ਅੱਖਾਂ 'ਚ ਘੱਟਾ ਪਾਏ ਤਰਫਾ ਹੈਲੋ ਰਾਜ ਭਾਗ ਦੁਬਾਰਾ ਹਾਸਲ ਕਰਨ ਦੇ ਲਈ ਡਰਾਮੇਬਾਜ਼ੀ ਹੋਈ ਆ। ਕੋਈ 100 ਸਾਲਾਂ ਨਹੀਂ ਦੱਸਣ 100 ਸਾਲੇ ਤੇ ਵੀ ਤੁਸੀਂ ਕਿਹਦੀ ਯਾਦਗਾਰ ਬਣਾਈ ਜੀ? ਦੇਖੋ ਕਿੰਨਿਆਂ ਦਾ ਨਾਂ ਲਿਆ, ਇਹਨਾਂ ਨੂੰ ਸ਼ਹੀਦ ਨਹੀਂ ਯਾਦ ਆਉਂਦੇ ਮਾਈਕ ਕਰਾ ਦਿੱਤਾ। ਅਸੀਂ ਦੱਸਦਾ ਕਿ ਇਹਨਾਂ ਨੂੰ ਕੌਮੀ ਸ਼ਹੀਦ ਕਿਹਨਾਂ ਨੂੰ ਕਹਿੰਦੇ ਨੇ? ਕੌਮੀ ਸ਼ਹੀਦ ਸੁੱਖਾ ਤੇ ਜਿੰਦਾ ਨਹੀਂ ਹੋਏ, ਜਿਨ੍ਹਾਂ ਨੇ ਉਹਨਾਂ ਦੀ ਕੀ ਉਹਦੇ ਨਾਲ ਲੜਾਈ ਸੀ ਜਨਰਲ ਵਜਦਿਆਂ ਨਾਲ। ਕੌਮੀ ਸ਼ਹੀਦ ਇੰਦਰਾ ਗਾਂਧੀ, ਜਿਨ੍ਹਾਂ ਨੇ ਗੱਡੀ ਚਲਾਈ, ਬੇਅੰਤ ਸਤਵੰਤ ਕੇਰ ਸਿੰਘ, ਇਹ ਕੌਮੀ ਸ਼ਹੀਦ ਨਹੀਂ? ਇਹਨਾਂ ਦੇ ਪਰਿਵਾਰ ਨੂੰ ਸਰੋਪਾ ਦਿੱਤਾ ਮੌਕੇ
ਨਹੀਂ ਬਿਲਕੁਲ ਜੀ ਬਿਲकुल ਕਿੰਨੇ ਅਗਲੇ ਲਾ ਗੜਿਆ ਮੈਂ ਇਹ ਸਾਰਾ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਨੇ ਪਰ ਮੈਨੂੰ ਲੱਗਦਾ ਕਿ ਗੁਰੂ ਨੇ ਕਿਰਪਾ ਕਰਤੀ ਕਿਸਾਨ ਸੰਘਰਸ਼ ਨੇ ਕਿਰਪਾ ਕਰਤੀ ਇਹਨਾਂ ਦੇ ਹੁਣ ਲੋਕਾਂ ਦੇ ਕੌਮ ਨੇ ਗੁਲਾਮੇ ਜੀ ਜੀ ਲੋਕਾਂ ਨੇ ਸਵਾਲ ਪੁੱਛਣੇ ਤੁਸੀਂ ਕਿੱਥੇ ਰਹਿੰਦੇ ਹੋ ਕਿ ਅੱਜ ਤੱਕ ਉੱਥੇ ਦਾ ਪੰਥ ਨੂੰ ਕੌਮ ਦੀ ਢੱਠੀ ਪੱਗ ਨੂੰ ਸਿਰ ਤੇ ਰੱਖਣ ਵਾਲਿਆਂ ਨੂੰ ਨਵਾਜਿਆ ਕਿ ਸਰਕਾਰ ਤੁਸੀਂ ਕੀ ਕਰਦੇ ਹੋ ਬਿਲਕੁਲ ਜਿੱਥੇ ਵੇਖੋ ਜੀ ਤੁਸੀਂ ਸਾਲੀ ਸਾਹਿਬ ਅੱਜ ਗੱਲਬਾਤ ਕਰ ਰਹੇ ਹੋ ਉੱਥੇ ਤੁਸੀਂ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਸੀਗੀ ਮੈਨੂੰ ਯਾਦ ਆ ਗਿਆ ਕਿ 29 ਤੇ 30 ਅਕਤੂਬਰ ਲਗਭਗ 1978 ਨੂੰ ਲੁਧਿਆਣਾ ਦੇ ਵਿੱਚ ਇੱਕ ਕਾਨਫਰੰਸ ਹੋਈ ਸੀਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਅਗਵਾਈ ਦੇ ਹੇਠ ਜਿੱਥੇ ਅਨੰਦਪੁਰ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਸੀਗੀ ਕਿ ਜਿਹਦੇ ਵਿੱਚ ਇੱਕ ਮੇਨ ਮੁੱਖ ਮੁੱਦਾ ਸੀਗਾ ਕਿ ਜਿਹੜੀਆਂ ਸੂਬਿਆਂ ਦੀ ਖੁਦ ਮੁਖਤਿਆਰੀ ਜਿਹੜੀ ਸੀਗੀ ਉਹਨੂੰ ਲੈ ਕੇ ਤੇ ਸਾਡੇ ਜਿੰਨੇ ਵੀ ਜਿੰਨੀਆਂ ਖਾੜਕੂ ਜਥੇਬੰਦੀਆਂ ਸਿੱਖਾਂ ਨੇ ਜੋ ਆਪਣਾ ਉਸ ਸਮੇਂ ਦੇ ਉੱਤੇ ਅੰਦੋਲਨ ਸ਼ੁਰੂ ਕੀਤਾ ਖੁਦ ਮੁਖਤਿਆਰੀ ਨੂੰ ਲੈ ਕੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਖੁਦ ਮੁਖਤਿਆਰੀ ਦੇ ਉੱਤੇ ਖੜਾ ਆ ਕਿ ਕੀ ਉਹ ਖੁਦ ਮੁਖਤਿਆਰੀ ਅੱਜ ਦੀ ਡੇਟ 'ਚ ਜਿਹੜੀ ਇਹ ਮੇਨ ਇੱਕ ਮੁੱਖ ਗੱਲ ਆ ਕਿ ਜਦੋਂ ਸਾਡੀ 100 ਸਾਲਾ ਅੱਜ ਸ਼ਤਾਬਦੀ ਦਿਵਸ ਮਨਾਇਆ ਜਾ ਰਿਹਾ ਹੋਵੇ ਤੇ ਉਹਦੇ ਵਿੱਚ ਖੁਦ ਮੁਖਤਿਆਰੀ ਦੀ ਗੱਲ ਹੀ ਨਹੀਂ ਹੋ ਰਹੀ ਇਹਦਾ ਕੀ ਕਾਰਨ ਹੈ ਜਿਹੜਾ ਤੁਸੀਂ ਸਵਾਲ ਕਰਿਆ ਨਾ ਮੈਂ ਮਾਫੀ ਚਾਹੁੰਦਾ ਇਹਦੀ ਮਾਫੀ ਕਿਉਂ ਚਾਹੁੰਦਾ ਕਿ ਬਾਈ ਨੇੜੇ ਹੈ ਜਿੱਥੇ ਇਹਨਾਂ ਨੂੰ ਤਕਲੀਫ ਹੋਊਗੀ ਇਹ ਉੱਥੇ ਆਪਣੀ ਜ਼ਬਾਨ ਨਹੀਂ ਖੋਲਣਗੇ ਕੱਲੀ ਖੁਦ ਮੁਖਤਿਆਰੀ ਨਹੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਲਓ ਉਦੋਂ ਪਹਿਲਾਂ ਅੰਮ੍ਰਿਤਸਰ ਐਲਾਨਨਾਮੇ ਦੀ ਗੱਲ ਕਰ ਲਓ ਜਿਹੜਾ ਅਕਾਲ ਤਖਤ ਸਾਹਿਬ ਤੇ ਉਦੋਂ ਹੋਇਆ ਉਹਦੇ ਦੇ ਸਾਈਨ ਹੋਏ ਲੋਕਾਂ ਦੇ ਹੋਰ ਪਿੱਛੇ ਚਲੇ ਜਾਓ ਕਿ ਅਸੀਂ ਵੱਧ ਅਧਿਕਾਰਾਂ ਦੀ ਗੱਲ ਕੀਤੀ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਉਹ ਜਿਹੜਾ ਬਿਰਧ ਅਵਸਥਾ 'ਚ ਹਾਲੇ ਬਾਦਲ ਸਾਡੇ 'ਚ ਹਾਜ਼ਰ ਹੈ ਮੈਂ ਕਹਿੰਦਾ ਗੁਰੂ ਕਿਰਪਾ ਕਰੇ ਇਹ ਹੋਰ 20 ਸਾਲ ਜਿਉਂਦਾ ਰਹੇ ਇਹ ਬੰਦਾ ਇਹ ਆਪਣੇ ਅੱਖੀਂ ਦੇਖ ਜਵੇ ਸਾਰਾ ਕੁਛ ਇਹਨੇ ਜਿੰਨਾ ਬੇੜਾ ਕਰਕੇ ਕਰਿਆ ਅੱਜ ਚੰਡੀਗੜ੍ਹ ਸਾਡਾ ਰਹੇ ਹੀ ਨਹੀਂ ਉੱਥੇ ਉਹਨਾਂ ਨੇ ਡਿਊਟੀ ਬਣਾ ਕੇ ਉਹਨਾਂ ਨੇ ਸਾਰਾ ਸਿਸਟਮ ਹੀ ਸਭ ਤੋਂ ਖੋਲਿਆ ਇਹਦਾ ਹੋਰ ਮੰਗਦੇ ਫਿਰਦੇ ਇਹਦਾ ਚੰਡੀਗੜ੍ਹ ਵੀ ਦੇ ਆਏ ਇਹਨਾਂ ਨੂੰ ਦਫ਼ਤਰ ਹੌਲੀ ਹੌਲੀ ਮਹਾਲੀ ਕਿਰਪਾ ਕੀਤੀ ਹੋਈ ਜਿਹੜਾ ਅੱਜ ਬੋਲਦਾ ਨਹੀਂ ਦੇਖੋ ਅੱਗੇ ਕਿਵੇਂ ਲੜਕਾ ਮਾਰਦਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਇੱਕ ਸ਼ਬਦ ਬੋਲਿਆ ਹੋਵੇ ਇਹ ਬੰਦਾ ਮੈਂ ਮਾਫੀ ਮੰਗਦਾ ਬਿਲਕੁਲ ਜੀ ਬਿਲਕੁਲ ਸ਼ਬਦ ਵੀ ਇਹ ਬੰਦਾ ਮੁੱਖ ਮੰਤਰੀ ਸੁਖਬੀਰ ਹੋਵੇ ਉਪ ਮੁੱਖ ਮੰਤਰੀ ਜਿਹੜੇ ਅੱਜ ਕਹਿੰਦੇ ਨੇ ਕਿ ਕਾਂਗਰਸ ਨੂੰ ਇਨਸਾਫ ਲੈ ਲਓ ਕਾਂਗਰਸ ਤੋਂ ਅਸੀਂ ਕਿਵੇਂ ਮੰਗੀਏ ਬਗਾਨਿਆਂ ਤੋਂ ਇਨਸਾਫ ਤੁਹਾਡੇ ਚਿਹਰਾ ਮੋਹਰਾ ਸਾਡੇ ਵਰਗੇ ਦਸਤਾਰਾ ਕੇਸਰੀ ਨੀਲੀਆਂ ਤੁਸੀਂ ਉੱਥੇ ਬਹਿੰਦੇ ਗੁਰੂ ਨੂੰ ਕੀ ਬੋਲਦੇ ਹੁੰਦੇ ਉੱਥੇ ਕੁਰਸੀਆਂ ਢਾ ਕੇ ਬਹਿੰਦੇ ਰਾਜ ਭਾਗ ਤੁਹਾਡੇ ਕੋਲ ਸੀ ਜਿਹੜੀਆਂ ਤੁਹਾਡੇ ਤੇ ਉਂਗਲਾਂ ਉੱਠਦੀਆਂ ਨੇ ਕੋਈ ਹੋਰ ਨਹੀਂ ਠਾਉਂਦਾ ਸਿਆਸੀ ਬੰਦਿਆਂ ਦੀ ਠਾਈਆਂ ਨੇ ਧਰਮੀ ਬੰਦਿਆਂ ਨੇ ਤਾਂ ਆਪਣਾ ਧਰਮ ਨਿਭਾਇਆ ਉਹ ਚਾਹੇ ਪੰਥਕ ਜਥੇਬੰਦੀ ਸੀ ਚਾਹੇ ਸਰਬੱਤ ਖਾਲਸਾ ਹੋਇਆ ਕਿਸੇ ਨੇ ਤੁਹਾਨੂੰ ਨਹੀਂ ਕਿਹਾ ਤੁਸੀਂ ਆਪ ਮੰਨੇ ਗਏ ਹੋ ਉਦੋਂ ਰਾਜ ਭਾਗ ਦੇ ਹੁੰਦਿਆਂ ਜਦੋਂ ਹਰ ਅਤਿਆਚਾਰ ਹੋਇਆ 57 ਚ ਲੋਕਾਂ ਨੇ ਬਣਾਏ ਹੋਏ ਜਥੇਦਾਰ ਤੁਹਾਡੇ ਅੰਦਰ ਤੁੰਨੇ ਨੇ ਇਸ ਕਰਕੇ ਤੁਹਾਡੇ ਤੇ ਇੱਕ ਦਾ ਬੰਦਾ ਰੋ ਰਿਹਾ ਰਾਜ ਭਾਗ ਹੋਵੇ ਜਥੇਦਾਰਾਂ ਦਾ ਬੰਦਿਆਂ ਨੂੰ ਰੋਣ ਨਾ ਦੋ ਇਹ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਕਦੇ ਭੁੰਜੇ ਨਾ ਗੁਰੂ ਗ੍ਰੰਥ ਸਾਹਿਬ ਲਈ ਬੈਠਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਜਿੱਤ ਜਾਨ ਸਮਝਦੇ ਆ ਫਿਰ ਉੱਥੇ ਉਂਗਲਾਂ ਅਖੀਰ ਜਵਾਬ ਨਹੀਂ ਸਰ ਕਦੇ ਵੀ ਸਾਲੀ ਸਾਹਿਬ ਅਖੀਰ ਜਿੱਥੇ ਤੁਸੀਂ ਮਾਫੀ ਚਾਹੁੰਦਾ ਵਿੱਚੋਂ ਮੈਂ ਤੁਹਾਡੇ ਸਵਾਲ ਲੱਗਾ ਇੱਕ ਹੋਰ ਗੱਲ ਨੂੰ ਕਰਨ ਪੂਰੀ ਤੁਹਾਡੀ ਗੱਲ ਨਹੀਂ ਹੋ ਸਕੀ ਮਾਫੀ ਚਾਹੁੰਦਾ ਕਿ ਅੱਜ ਵੇਖੋ ਜਿਸ ਤਰ੍ਹਾਂ ਥੋੜੇ ਦਿਨ ਹੋਏ ਆ ਕਿ ਜਥੇਦਾਰ ਅਕਾਲ ਤਖਤ ਸ਼੍ਰੀ ਆਪਣੇ ਹਰਪ੍ਰੀਤ ਸਿੰਘ ਜੀ ਹੁਣਾਂ ਦੇ ਇੱਕ ਤਸਵੀਰਾਂ ਜਾਰੀ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਰਹੇ ਸੀਗੇ ਉੱਥੋਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਉਹ ਕਿਸ ਤਰ੍ਹਾਂ ਦੀ ਕੀ ਗੱਲ ਲੋਕਾਂ ਦੇ ਵਿੱਚ ਕੀ ਗੱਲ ਜਾ ਰਹੀ ਹੈ ਉਸ ਤੋਂ ਇੱਥੇ ਜਿਹੜਾ ਹੈ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਡੀਆਂ ਜਥੇਬੰਦੀਆਂ ਜਥੇਦਾਰ ਨਹੀਂ ਮੰਨਦੀਆਂ ਪਰ ਫੇਰ ਵੀ ਇਹ ਦੁਨਿਆਵੀ ਸਿਸਟਮ ਚੋਂ ਲਾ ਕੇ ਕਹੀਏ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਹੈ ਉਹਨੂੰ ਨਾਲ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਲਾਇਆ ਹੋਇਆ ਬਿਲਕੁਲ
ਇਹ ਜਿਹੜੀ ਪਦਵੀ ਤੇ ਬੈਠੇ ਨੇ ਉਹ ਪਦਵੀ ਦਾ ਸਤਿਕਾਰ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ। ਬਿਲਕੁਲ ਜੀ। ਉਹਨੇ ਇੱਕ ਬਹੁਤ ਵੱਡਾ ਲੋਕਾਂ ਨੂੰ ਸੁਨੇਹਾ ਦਿੱਤਾ। ਮੰਨਣ ਵਾਲੇ ਇਹਨੂੰ ਮੰਨਣ ਕਿਸ ਢੰਗ ਤੋਂ ਲੈਂਦੇ ਨੇ ਮੈਨੂੰ ਨਹੀਂ ਪਤਾ, ਸਿਆਸੀ ਬੰਦਿਆਂ ਨੇ ਤਾਂ ਆਪਣਾ ਵੋਟਾਂ ਦੇਖਣੀਆਂ ਨੇ। ਜੀ ਜੀ। ਇਹ ਤੁਸੀਂ ਦੇਖੋ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਮੰਨ ਕੇ ਜੀ ਉਹਨੇ ਕਿਹਾ ਵੀ ਮੈਂ ਇੱਥੇ ਦਾ ਜਥੇਦਾਰ ਹੈ ਜਿਹੜਾ ਉਹਦੇ ਪੈਰਾਂ ਨੂੰ ਨਮਸਕਾਰ ਕਰਦਾ, ਜਿਹੜਾ ਕਿ ਅੱਜ ਤੱਕ ਸਾਡਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਹੋਏ ਜਥੇਦਾਰਾਂ ਨੂੰ ਜੀ ਜਦੋਂ ਮੁੱਖ ਮੰਤਰੀ ਸੀ ਸਰਦਾਰ ਬਾਦਲ, ਉਪ ਮੁੱਖ ਮੰਤਰੀ ਸੁਖਵੀਰ ਸੀ, ਇਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਜਿਵੇਂ ਇਹਨਾਂ ਦੇ ਨੌਕਰ ਹੁੰਦੇ ਨੇ ਉੱਥੋਂ ਹੁਕਮ ਲਿਖ ਕੇ ਦਿੱਤਾ, ਚਾਹੇ ਝੂਠੇ ਸੌਦੇ ਵਾਲਾ ਮਾਫੀਨਾਮਾ ਸੀ ਚਾਹੇ ਕੋਈ ਹੋਰ ਚੀਜ਼ ਹੋਰ ਆਇਆ। ਇਹ ਨਵੀਂ ਪਰਤ ਪਾਈ ਹੈ ਅੱਗੇ ਸਿਆਸੀ ਲਾਹਾ ਇਹਦਾ ਕੌਮ ਦਾ ਕੋਈ ਨਹੀਂ, ਇਹਦਾ ਤਾਂ ਸਮਾਂ ਦੱਸੋ। ਅਖੀਰ ਦੇ ਵਿੱਚ ਤੁਸੀਂ ਅੱਜ ਦੇ 100 ਸਾਲਾ ਦਿਹਾੜੇ ਦੇ ਉੱਤੇ ਜਿਹੜੀ ਸਿੱਖ ਕੌਮ ਹੈ, ਪੰਥ ਹੈ, ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਮੇਰੀ ਸਮੁੱਚੀ ਕੌਮ ਨੂੰ ਮੇਰੀ ਸੋਚ ਮੁਤਾਬਕ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਿਧਾਂਤ ਦੇ ਲਈ ਮਰ ਮਿਟ ਰਹੇ ਆ। ਉਹਨਾਂ ਨੂੰ ਬਰਕਰਾਰ ਕਰਨ ਦੇ ਲਈ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਮੁੱਖ ਰੱਖ ਕੇ ਇਹ 5 ਸਾਲ ਬਥੇਰਿਆਂ ਨੇ ਲਾ ਲਏ। 5 ਸਾਲ ਦੀ ਲੜਾਈ ਹੈ 22 ਦੀ। ਇਹ ਚ ਆਪਾਂ ਪੰਥ ਨੂੰ ਪਿੱਠ ਨਹੀਂ ਦਿਖਾਉਣੀ, ਕੌਮ ਨੂੰ ਪਿੱਠ ਨਹੀਂ ਦਿਖਾਉਣੀ। ਆਪਾਂ ਜਿਵੇਂ ਜੇ ਦਿਨ ਇਰਾਦਾ ਰੱਖਿਆ ਕਿਸਾਨਾਂ ਨੇ ਸਾਰਿਆਂ ਨੂੰ ਵੱਡਾ ਆਕੜ ਕੰਨਾਂ ਤੇ ਅੱਜ ਤੱਕ 56 ਇੰਚ ਦੀ ਛਾਤੀ ਵਾਲਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਕਹਿਆ ਸੀ ਮੈਂ ਕਿਤੇ ਕਦੇ ਧੌਣ ਨਹੀਂ ਕਰੂੰਗਾ। ਗੁਰੂ ਨੇ ਕਿਰਪਾ ਕਰੀ ਰੋਜ਼ ਉੱਥੇ ਪਾਠ ਹੁੰਦੇ ਰਹੇ, ਰਹਿ ਰਾਸ ਹੁੰਦੀ ਰਹੀ, ਕੀਰਤਨ ਹੁੰਦਾ ਰਿਹਾ, ਵਿਚਾਰਾਂ ਵੀ ਹੁੰਦੀਆਂ ਰਹੀਆਂ। ਇਹ ਉੱਥੇ ਦੁਨੀਆ ਦੇ ਵਿੱਚ ਇਤਿਹਾਸ ਕੌਮ ਨੇ ਬਣਾਇਆ, ਕਿਸਾਨਾਂ ਨੇ ਬਣਾਇਆ। ਇਹ ਦੋ ਰਿਸ਼ਤੇ ਕਦੇ ਅੱਡ ਨਹੀਂ ਹੁੰਦੇ ਹੈਗੇ, ਕਿਸਾਨ ਤੇ ਸਿੱਖਾਂ ਦਾ। ਇਹ ਇੱਕੋ ਰਿਸ਼ਤੇ, ਇਕੱਠੇ ਰਿਸ਼ਤੇ ਨੇ। ਸਾਰੇ ਸਿੱਖਾਂ ਇੱਕ ਇਹੋ ਜਿਹਾ ਧਰਮ ਹੈ ਕਿ ਸਾਰੇ ਧਰਮ ਪਿਆਰ ਕਰਦਾ। ਇਹਦੇ ਕਰਕੇ ਇੱਕ ਗੁਲਦਸਤਾ ਬਣਦਾ ਸਿੱਖ ਕੌਮ ਦਾ। ਉਹ ਗੁਲਦਸਤੇ ਦੇ ਵਿੱਚ ਕਿਸਾਨਾਂ ਨੇ ਜਿਹੜਾ ਮੋਹਰੀ ਰੋਲ ਹੋ ਕੇ ਅਦਾ ਕੀਤਾ, ਉਹ ਇੱਕ ਸਾਨੂੰ ਸੁਨੇਹਾ ਹੈ ਕਿ ਕੁਰਸੀ ਲਈ ਲੜਨ ਵਾਲੇ ਲੋਕੋ ਜੇ ਗੁਰੂ ਵੱਲ ਮੂੰਹ ਰੱਖੋ ਕਿ ਤੁਸੀਂ ਰਾਜ ਭਾਗਦੇ ਹੋ। ਅਸੀਂ ਕੋਸ਼ਿਸ਼ ਕਰੀਏ ਸਮੁੱਚੇ ਲੋਕ ਕਿ ਜਿਵੇਂ ਹੁਣ ਸਾਹਿਬਜ਼ਾਦਿਆਂ ਦੇ ਦਿਹਾੜੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਚੱਲਣੇ ਨੇ, ਇੱਥੇ ਸਰ ਦੇ ਸਾਰੇ ਨੱਕ ਰਗੜ ਕੇ ਸਰਦਾ ਦੇ ਸਤਿਕਾਰ ਭੇਟ ਕਰੀਏ ਤੇ ਅਸ਼ੀਰਵਾਦ ਲਈਏ ਕਿ ਸਾਡੀ ਕੌਮ ਜਗਤਾ ਰੱਖਣ ਦੇ ਲਈ, ਚੜ੍ਹਦੀ ਕਲਾ ਚ ਲਿਜਾਣ ਦੇ ਲਈ ਸਾਡੀ ਕੌਮ ਇਹਨਾਂ ਗੁਰੂਆਂ ਵੱਲ ਤੇ ਗੁਰੂ ਗ੍ਰੰਥ ਸਾਹਿਬ ਵੱਲ ਨਮਸਕਾਰ ਕਰਦੀ ਰਹੇ। ਇਹ ਮੇਰਾ ਲਾਸਟ। ਇਹ ਸਨ ਜੀ ਸਾਡੇ ਨਾਲ ਪਰਮਜੀਤ ਸਿੰਘ ਜੀ ਸਹੌਲੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਸੋ ਫਤਿਹ ਅੱਜ ਕਰਦਾ ਜੀ। ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਆ ਅਕਾਲ ਖਾਲਸਾ ਨਿਊਜ਼ ਨੂੰ ਦਿੱਤਾ ਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅਕਾਲ ਖਾਲਸਾ ਚੈਨਲ ਹੈ ਜਿਹੜਾ ਸਮੁੱਚੀ ਕੌਮ ਦੇ ਲਈ, ਪੰਥ ਦੇ ਲਈ ਹਮੇਸ਼ਾ ਜਦੋਂ ਵੀ ਆਵਾਜ਼ ਕਿਤੇ ਉਠਾਉਣ ਦੀ ਲੋੜ ਪੈਂਦੀ ਹੈ ਉਠਾਉਂਦਾ ਹੈ। ਇਸ ਕਰਕੇ ਤਾਲੁਕ ਰਾਜੀ ਮੈਂ ਤੁਹਾਡਾ ਇਸ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਮਾਫੀ ਚਾਹੁੰਦਾ ਕਿ ਜਦੋਂ ਬੋਲਦੇ ਹੁੰਦੇ ਆ ਕਈ ਵਾਰੀ ਕਿਸੇ ਤੇ ਨਿੱਜੀ ਅਟੈਕ ਨਹੀਂ ਹੁੰਦਾ, ਪਰ ਜਿਹੜੇ ਕੌਮ ਦੁਖੀ ਪੰਥ ਦੁਖੀ ਨਾਲ ਅਸੀਂ ਲੜਨਾ ਹੈ, ਸਾਡਾ ਗੁਰੂ ਕਹਿੰਦਾ ਉਹਨਾਂ ਤੋਂ ਨਹੀਂ ਮਾਫੀ ਪਰ ਮਾਨਵਤਾ ਤੋਂ, ਲੋਕਾਂ ਤੋਂ, ਨਿਮਰਤਾ ਨਾਲ ਸਿੱਖ ਨਿਮਾਣਾ ਵੀ ਹੈ। ਨਿਮਾਣਾ ਸਿੱਖ ਮਰਕਾ ਮਾਫੀ ਇੰਨੀ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।